दवाई की आड़ च आया कि चलो मैं दवाई दे कहते हैं कि दवाई नाल नशा छुट जाता वा। ठीक है जी, मैं उस आड़ च आया पर दवाई खांदे 2 साल हो गया कि मैं दवाई का आदी हो चुका वा। ਨਮਿੰਦਰ ਸਿੰਘ ਜੀ ਨੂੰ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਤੇ ਉਹਦੀ ਲਾਜ ਰੱਖਣੀ ਚਾਹੀਦੀ ਸੀ। ਪੰਜਾਬ ਜੋ ਕਿ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿੱਚ ਡੁੱਬਦਾ ਜਾ ਰਿਹਾ ਹੈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਵਿੱਚ ਗਰਕਦੀ ਜਾ ਰਹੀ ਹੈ। ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਤਹਿਤ ਪੰਜਾਬ ਵਿੱਚ ਜਗ੍ਹਾ ਜਗ੍ਹਾ ਤੇ ਨਸ਼ਾ ਛਡਾਊ ਕੇਂਦਰ ਵੀ ਖੋਲ੍ਹੇ ਗਏ ਨੇ। ਪਰ ਹੁਣ ਇਹਨਾਂ ਨਸ਼ਾ ਛਡਾਊ ਕੇਂਦਰਾਂ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਲੱਗਣੇ ਸ਼ੁਰੂ ਹੋ ਗਏ ਨੇ। ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਛਿਹਾਟਾ ਸਥਿਤ ਨਸ਼ਾ ਛਡਾਊ ਕੇਂਦਰ ਦੀ, ਜਿੱਥੋਂ ਦੇ ਨਸ਼ਾ ਛਡਾਊ ਕੇਂਦਰ ਉੱਤੇ ਅੰਮ੍ਰਿਤਸਰ ਦੇ ਹੀ ਇੱਕ ਵਸਨੀਕ ਨੌਜਵਾਨ ਨੇ ਦੋਸ਼ ਲਗਾਏ ਨੇ ਕਿ ਉਸ ਕੇਂਦਰ ਨੇ ਉਸ ਨੂੰ ਨਸ਼ੇ ਤੋਂ ਤਾਂ ਕੀ ਛਡਾਉਣਾ ਸੀ, ਸਗੋਂ ਨਸ਼ਾ ਛਡਾਊ ਕੇਂਦਰ ਨੇ ਆਪਣੀਆਂ ਹੀ ਗੋਲੀਆਂ ਦੇ ਨਸ਼ੇ ਉੱਤੇ ਉਸ ਨੂੰ ਲਗਾ ਦਿੱਤਾ ਹੈ। ਨਾਲ ਹੀ ਉਸਨੇ ਕਿਹਾ ਕਿ ਜੋ ਦਵਾਈ 75 ਰੁਪਏ ਦੀ ਮਿਲਦੀ ਹੈ ਉਹ ਇਸ ਨਸ਼ਾ ਛਡਾਊ ਕੇਂਦਰ ਤੋਂ ਉਸ ਨੂੰ 600 ਤੋਂ 700 ਰੁਪਏ ਦੇ ਵਿੱਚ ਲੈਣੀ ਪੈ ਰਹੀ ਹੈ ਤੇ ਜੇ ਉਹ ਦਵਾਈ ਨਾ ਖਰੀਦੇ ਤਾਂ ਉਸ ਦਾ ਜੀਉਣਾ ਮੁਸ਼ਕਿਲ ਹੋ ਜਾਂਦਾ ਹੈ। ਕਰਦਾ ਸਾਲ ਨਸ਼ਾ ਕੀਤਾ, ਠੀਕ ਹੈ। ਮੈਨੂੰ ਆਪਣੇ ਮਾਂ ਪਿਓ ਦੀਆਂ ਹੰਝੂ, ਆਪਣੇ ਮਾਂ ਪਿਓ ਤੇ ਤਰਸ ਹੁੰਦਾ ਸੀ ਕਿ ਨਹੀਂ ਯਾਰ ਮੈਂ ਆਪਣੇ ਮਾਂ ਪਿਓ ਨੂੰ ਕਿਉਂ ਦੁੱਖ ਦੇਣਾ। ਮੈਂ ਇਹ ਦਵਾਈ ਦੀ ਆੜ ਚ ਆਇਆ ਕਿ ਚਲੋ ਮੈਂ ਦਵਾਈ ਦੇ ਕਹਿੰਦੇ ਆ ਕਿ ਦਵਾਈ ਨਾਲ ਨਸ਼ਾ ਛੁੱਟ ਜਾਂਦਾ ਵਾ। ਠੀਕ ਹੈ ਜੀ, ਮੈਂ ਉਸ ਆੜ ਚ ਆਇਆ ਪਰ ਦਵਾਈ ਖਾਂਦਿਆਂ 2 ਸਾਲ ਹੋ ਗਿਆ ਕਿ ਮੈਂ ਦਵਾਈ ਦਾ ਆਦੀ ਹੋ ਚੁੱਕਾ ਵਾਂ। ਦਵਾਈ ਜੇ ਨਾ ਖਾਵਾਂ ਤਾਂ ਮੇਰੇ ਕੋਲ ਸਵੇਰੇ ਅੱਖਾਂ ਨਹੀਂ ਖੁੱਲ੍ਹਦੀਆਂ, ਠੀਕ ਹੈ, ਉੱਠਿਆ ਨਹੀਂ ਜਾਂਦਾ, ਠੀਕ ਹੈ, ਡਿਪਰੈਸ਼ਨ 'ਚ ਰਹਿੰਦਾ ਵਾਂ। ਬਹੁਤ ਹੀ ਜ਼ਿਆਦਾ ਨੁਕਸੇ ਇਸ ਦਵਾਈ ਨਾਲ ਮੈਨੂੰ ਪਏ ਨੇ, ਠੀਕ ਆ, ਕਿ ਜੇ ਨਾ ਖਾਵਾਂ ਤਦ ਵੀ ਘਿੰਦਾ ਖਲੋ ਨਹੀਂ ਸਕਦਾ, ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਮਤਲਬ ਕਿ ਹੋਰ ਹੀ ਸਿਸਟਮ ਮਤਲਬ ਕਿ ਕਰਤਾ ਇਹਨਾਂ ਨੇ ਮੈਨੂੰ। ਮਤਲਬ ਕਿ ਹੌਸਪੀਟਲ ਵਾਲਿਆਂ ਨੇ ਇੱਕ ਮੈਨੂੰ ਸਹੀ ਗਾਈਡਨੈਸ ਦੇਣੀ ਸੀ, ਇਹਨਾਂ ਨੇ ਮੈਨੂੰ ਗਲਤ ਗਾਈਡਨੈਸ ਦਿੱਤੀ ਕਿ ਜਦ 2 ਸਾਲ ਤੋਂ ਦਵਾਈ ਖਵਾ ਰਹੇ ਨੇ ਕਿ ਇੰਨਾ ਜ਼ਿਆਦਾ ਆਦੀ ਕਰਤਾ ਕਿ ਸਾਡਾ ਪੱਕਾ ਗਾਹਕ ਬਣ ਗਿਆ। ਤੇ ਲਗਾਤਾਰ 2 ਸਾਲ ਤੋਂ ਕੋਈ ਤੁਹਾਨੂੰ ਫਰਕ ਨਜ਼ਰ ਨਹੀਂ ਆਇਆ? ਲਗਾਤਾਰ 2 ਸਾਲ ਤੋਂ ਫਰਕ ਕਾਹਦਾ ਨਜ਼ਰ ਆਉਣਾ ਸਰ? ਜੇ ਫਰਕ 6 ਮਹੀਨਿਆਂ 'ਚ ਕਹਿੰਦੇ ਸੀ ਕਿ 6 ਮਹੀਨਿਆਂ ਤੇਰੀ ਦਵਾਈ ਛੁੱਟ ਜੂਗੀ, ਠੀਕ ਹੈ, ਅਸੀਂ ਹੌਲੀ ਹੌਲੀ ਕਰਕੇ ਸਟੈਪ ਬਾਏ ਸਟੈਪ ਘਟਾਵਾਂਗੇ ਤੇ ਘਟਾਉਣ ਦੀ ਬਜਾਏ ਇਹਨਾਂ ਨੇ ਵਧਾਤੀ। ਠੀਕ ਹੈ, ਅੱਜ ਵੀ ਤੁਸੀਂ ਵੇਖਿਆ ਹੋਣਾ ਵਾ ਕਿ ਮੈਂ ਕੈਮਰਾ ਲਾ ਕੇ ਨਾਲ ਗਿਆ ਸੀ ਕਿ ਕੋਈ ਚੈੱਕਅਪ ਨਹੀਂ ਕੀਤਾ, ਕੋਈ ਕੁਝ ਨਹੀਂ ਆ, ਸਿਰਫ ਇੱਕ ਪੈਸੇ ਬਟੋਰਨ ਦੀ ਦੁਕਾਨ ਬਣਾਈ ਆ ਇਹਨਾਂ ਨੇ, ਠੱਪਾ ਲਾਉਂਦੇ ਨੇ, ਤੋੜ ਦਿੰਦੇ ਨੇ, ਕੋਈ ਚੈੱਕਅਪ ਨਹੀਂ ਕਰਦੇ, ਕੋਈ ਕੁਝ ਨਹੀਂ ਆ। ਫੀਸਾਂ ਨਜਾਇਜ਼ ਦੀਆਂ ਲੈ ਰਹੇ ਨੇ। ਇੱਕ ਪਰਸਨ ਕੋਈ ਇੱਕ ਪੱਤੇ ਮਗਰ 225 ਰੁਪਏ ਦਾ ਤੁਸੀਂ ਲਾ ਲਓ ਕੋਈ ਫੀਸ ਆ ਇੱਕ ਪੱਤੇ ਮਗਰ, ਠੀਕ ਆ। ਡਾਕਟਰ ਫੀਸ ਜਿਹੜੀ ਲਾਉਂਦੇ ਨੇ, ਠੀਕ ਆ, ਨਾਲ ਅਲੱਗ ਤੋਂ ਹੋਰ ਫੀਸਾਂ ਨੇ ਕਾਹਦੀਆਂ। ਮਤਲਬ ਕਿ ਇਹ ਸਾਰਾ ਮਤਲਬ ਕਿ ਠੱਗਣ ਦਾ ਇੱਕ ਜਰੀਆ ਬਣਾਇਆ ਹੋਇਆ ਵਾ ਕਿ ਆਮ ਜਨਤਾ ਦਾ ਗਲਾ ਘੁੱਟਣਾ ਵਾ। ਲੇਕਿਨ ਡਾਕਟਰ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ 6 ਮਹੀਨੇ ਪਹਿਲਾਂ ਨਸ਼ਾ ਛੱਡ ਚੁੱਕੇ ਸੀਗੇ, ਪ੍ਰੋਪਰ ਤਰੀਕੇ ਨਾਲ ਛੱਡਤਾ ਸੀ, ਲੇਕਿਨ ਦੁਬਾਰਾ ਤੁਸੀਂ ਨਸ਼ੇ ਦੇ ਆਦੀ ਹੋ ਗਏ ਤਾਂ ਦੁਬਾਰਾ ਤੋਂ ਇਹ ਝੂਠ ਆ। ਹੁਣ ਉਹਨਾਂ ਨੇ ਤੇ ਆਪਣਾ ਕੁਝ ਨਾ ਕੁਝ ਕਹਿਣਾ ਹੀ ਆ, ਠੀਕ ਆ, ਆਪਣਾ ਉਹਨਾਂ ਨੇ ਕੋਈ ਨਾ ਕੋਈ ਸੱਚਾਈ ਦੇਣੀ ਆ, ਠੀਕ ਆ। ਜਿੱਦਣ ਇਹਨਾਂ ਦਾ ਸੈਂਟਰ ਬੰਦ ਹੋਊਗਾ ਮੈਨੂੰ ਟੋੜ ਵੱਜੂਗੀ, ਮੈਂ ਤਾਂ ਕੋਈ ਨਾ ਕੋਈ ਪਾਸੇ ਭੱਜੂਗਾ, ਠੀਕ ਹੈ। ਇਹਨਾਂ ਨੇ ਦਵਾਈ ਦਾ ਆਦੀ ਕੀਤਾ ਮੈਨੂੰ। ਤੁਹਾਡੇ ਨਾਲ ਕੋਈ ਹੋਰ ਯੁਵਕ ਵੀ ਸੀ ਜਿਹੜੇ ਇਸੇ ਚੀਜ਼ ਦੇ ਜਿਹੜੇ ਹੈਗੇ ਸੀ, ਤੁਹਾਨੂੰ ਕਦੀ ਗੱਲ ਕੀਤੀ ਹੋਵੇ ਕਿ ਹਾਂ ਵੀ ਸਾਡੇ ਨਾਲ ਵੀ ਇਹੀ ਕੁਛ ਹੀ ਹੋ ਰਿਹਾ? ਸਰ ਜਿੰਨੇ ਇੱਥੇ ਆਉਂਦੇ ਨੇ ਦਵਾਈ ਲੈਣ ਸਾਰੇ ਦੁਖੀ ਨੇ, ਸਾਰੇ ਇਹੀ ਗੱਲ ਕਹਿੰਦੇ ਨੇ, ਠੀਕ ਹੈ ਜੀ, ਕੋਈ ਵੀ ਸੁਖੀ ਨਹੀਂ ਹੈਗਾ। ਤੁਸੀਂ ਕਿਹੜਾ ਨਸ਼ਾ ਕਰਦੇ ਸੀ? ਮੈਂ ਪਹਿਲਾਂ ਚਿੱਟਾ ਲਾਉਂਦਾ ਸੀ ਤੇ ਹੁਣ ਤੁਸੀਂ ਗੋਲੀਆਂ ਦੇ ਆਦੀ ਹੋ ਗਏ? ਗੋਲੀਆਂ ਦਾ ਆਦੀ। ਦੂਜੇ ਪਾਸੇ ਨਸ਼ਾ ਛਡਾਊ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਨੌਜਵਾਨ ਨੂੰ ਕਾਫੀ ਨਸ਼ੇ ਦੀ ਲੱਤ ਲੱਗੀ ਹੋਈ ਸੀ, ਜਿਸ ਕਰਕੇ ਇਸ ਨੌਜਵਾਨ ਦਾ ਨਸ਼ਾ 6 ਮਹੀਨੇ ਤੋਂ ਨਹੀਂ ਛੁੱਟ ਸਕਿਆ ਤਾਂ ਲਗਾਤਾਰ 2 ਸਾਲ ਤੋਂ ਇਸ ਨੂੰ ਦਵਾਈ ਦੇਣੀ ਪੈ ਰਹੀ है। डॉक्टर चैतन्य, कंसल्टेंट साइकेट्रिस्ट। जी, जो रोग लग रहे हैं उसके बारे में क्या कहना चाहते हैं? मैंने पहले ही बताया, ये अभी आप बोलना चाहेंगे ट्रीटमेंट है, उसमें टाइम लगता है, मतलब वापस से पेशेंट रिलैप्स हो जाता है तो कभी कभार ट्रीटमेंट ज़्यादा लंबा खिंच जाता है। दूरी की कोई बात आ रही है कि 75 रुपये का पत्ता जो आप देख सकते हैं बिल भी कटता है 75 रुपये की ये गोली। मैम उसमें डॉक्टर फीस भी लिखी गई है, लेकिन जो आरोप लगे हैं कि डॉक्टर मिलता ही नहीं है आपको। ऐसा कुछ नहीं है। अभी आप 15 मिनट्स, जब एक्चुअली अगर कोई 9 से 5 नौकरी करेगा, लंच टाइम तो रहेगा ना, लंच टाइम था और उस टाइम पे उन्होंने कई वीडियो ऐसी बनाई जब वो ट्रीटमेंट के लिए आते हैं, मेडिसिन लेकर ऐसा कभी नहीं होता, ऐसा कभी नहीं होता है। पेशेंट हमने वीडियो भी उन्होंने आपको भी दिखाया है कई तरह। मैंने नहीं देखा वीडियो, मैंने नहीं देखा वीडियो, मेरे को नहीं दिखाया। कितना कोर्स होता है? वैसे गाइडलाइंस के हिसाब से 6 मंथ से मैक्सिमम 1 ईयर तक है, बट पेशेंट बीच में रिलैप्स होगा तो इट कैन एक्सटेंड
और वो चीज़ मैं आपको ऐसे बता नहीं मैम सकती। लड़के का आरोप है कि उसे नशे से छोड़कर आपने अपनी मेडिसिन के नशे पर लगा दिया 2 साल। मैं आपको, आप फाइल देख लीजिए, मैं आपको पूरा एक्सप्लेन, आप बैठिए, मैं आपको सिस्टम भी बता कैसे ट्रीटमेंट प्रोटोकॉल कैसे चलता है। अभी आप कोई भी पेशेंट मतलब क्या बोल रहा है, मैं उसके बारे में बिल्कुल कुछ कमेंट नहीं करना चाहती हूँ पेशेंट के बारे में, बट आपको मेरी तरफ से पूछना है, मैं आपको एक्सप्लेन कर दूँगी कि पेशेंट 2 महीने पहले रिलैप्स हुआ था, हमने वापस से उसकी गोली बढ़ानी पड़ी। पहले मैंने डिक्रीज़ करी थी, 3 गोलियाँ चालू थी, 2 गोलियाँ करी थी, उसके बाद रिलैप्स हो गया, वापस से 2 गोलियाँ करनी पड़ी। मैंने बोला 2 साल से दवाई खा रहा है। मैं आपको वही बता रही हूँ ना, अगर पीछे आप मान लीजिए 2 महीने बाद गोली डिक्रीज़ करी और पेशेंट रिलैप्स कर गया, वापस से ट्रीटमेंट शुरू करना पड़ेगा। अभी उसमें क्या कर सकते हैं? अब आप खुद सोचिए, पेशेंट आ रहा है, उसने वापस से 1 ग्राम चिट्टा ले लिया और वो बिल्कुल विड्रॉल में आ रहा है, उसके आंखों से पानी आ रहा है, नाक से पानी आ रहा है, पूरा बॉडी पेन हो रहा है, वॉमिटिंग हो रहा है, तो गोली तो बढ़ानी पड़ेगी ना उस मैम केस में। पैसों को लेकर भी बहुत वाद विवाद हो रहा है कि पैसे ज़्यादा लिए जा रहे हैं आपसे नशे के लोगों से। पैसे देखिए, ये तो एक्चुअली मेरे से ज़्यादा मैनेजर से एक बार बात कर लीजिए, वो तो मैं तो यहाँ पर ऐसे पोस्टेड हूँ, काम करती हूँ। उसके बारे में वो आपको तो कोई नॉलेज नहीं कितने पैसे नहीं, मुझे पता है, वो आपने देखा, वो तो है कंसल्ट पता। आप ये बोलना चाह रहे हैं कि पैसे ज़्यादा हैं, तो मतलब मैं अथॉरिटी फिगर नहीं हूँ जो वो ऊपर नीचे कर सके एक तरह से। आप कुछ भी ट्रीटमेंट से रिलेटेड पूछिए, मैं बताऊँगी। ट्रीटमेंट मेरा काम है, मैं बता देती हूँ आपको। ਉੱਥੇ ਹੀ ਇਸ ਨੌਜਵਾਨ ਨੂੰ ਇਨਸਾਫ ਦਿਵਾਉਣ ਵਾਸਤੇ ਅੱਗੇ ਆਏ ਲੋਕ ਇਨਸਾਫ ਪਾਰਟੀ ਦੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਹੈ ਕਿ ਪੰਜਾਬ ਤਾਂ ਅੱਗੇ ਹੀ ਨਸ਼ੇ ਵਿੱਚ ਰੁੜਦਾ ਜਾ ਰਿਹਾ ਸੀ ਤੇ ਨਸ਼ਾ ਛਡਾਊ ਕੇਂਦਰਾਂ ਤੋਂ ਪੰਜਾਬ ਨੂੰ ਬਚਣ ਦੀ ਆਸ ਸੀ, ਪਰ ਅਜਿਹੇ ਮਾਮਲੇ ਦੇ ਨਾਲ ਨਸ਼ਾ ਛਡਾਊ ਕੇਂਦਰਾਂ ਨੇ ਵੀ ਉਹ ਆਸ ਖਤਮ ਕਰਕੇ ਰੱਖ ਦਿੱਤੀ ਹੈ। ਇਹ ਜੀ ਬੱਚਾ ਸਾਡੇ ਕੋਲ ਕੁਝ ਦਿਨ ਪਹਿਲਾਂ ਆਇਆ, ਮੈਨੂੰ ਕਹਿੰਦਾ ਸੀਗਾ ਜੀ ਮੈਂ ਨਾ ਚਿੱਟੇ ਦਾ ਆਦੀ ਸੀਗਾ ਤੇ ਨਾ ਚਿੱਟਾ ਜੀ ਛੱਡਣ ਦੀ ਨੀਅਤ ਦੇ ਨਾਲ ਮੈਂ ਨਸ਼ਾ ਛਡਾਊ ਕੇਂਦਰ ਗਿਆ ਜੀ। ਮੈਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਮੈਨੂੰ ਕਿਹਾ ਵੀ 1 ਮਹੀਨੇ ਦਾ ਕੋਰਸ ਹੈ, 2 ਦਾ 3 ਦਾ, ਡਿਪੈਂਡ ਹੈ ਤੇਰੀ ਸਥਿਤੀ ਉੱਤੇ, ਠੀਕ ਹੈ, ਜਿੰਨੀ ਛੇਤੀ ਛੱਡ ਦੇਗਾ ਉਹਦੀ ਤੇਰੀ ਹਿੰਮਤ ਹੈਗੀ ਹੈ, ਠੀਕ ਹੈ। ਕਹਿੰਦਾ ਮੈਂ ਵੀ ਦਵਾਈ ਲੈਣ ਲੱਗ ਪਿਆ ਜੀ। ਮੈਂ ਦਵਾਈ ਲੈਂਦਾ ਜੋ ਉਹਦੀ ਦਵਾਈ ਮੈਨੂੰ ਪਹਿਲਾਂ ਦਿੰਦੇ ਸੀ, ਪਹਿਲੇ ਦਿਨ ਦਿੰਦੇ ਸੀ, ਅੱਜ ਵੀ ਸੇਮ ਉਹੀ ਡੋਜ਼ ਦਿੰਦੇ ਪਏ ਜੀ। ਤੇ ਲਗਾਤਾਰ ਕਿੰਨੇ ਚਿਰ ਤੋਂ ਇਹ ਦਵਾਈ ਲੈ ਰਹੇ ਹੋ? ਸਰ 2 ਸਾਲ ਤੋਂ ਉੱਪਰ ਹੋ ਚੁੱਕੇ ਨੇ। ਤੇ ਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਸੱਤਾ ਜਾਣ ਲੱਗੇ ਸੀ, ਜਦੋਂ ਉਹਨਾਂ ਨੇ ਗੁਟਕਾ ਸਾਹਿਬ ਉਹ ਕਰਦੀ ਸੀ ਕਿ ਇਹ ਨਸ਼ਾ ਖਤਮ ਕਰਾਂਗੇ, ਲੱਗਦਾ ਕਿ ਇਹ ਨਵਾਂ ਨੈਕਸਸ ਸਾਹਮਣੇ ਆ ਰਿਹਾ ਕਿ ਮੈਡੀਸਨ ਦਾ ਨੈਕਸਸ ਜਿਹੜਾ। ਬਿਲਕੁਲ ਜੀ, ਬੜੇ ਨਾ ਦੁੱਖ ਦੀ ਗੱਲ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਤੇ ਉਹਦੀ ਲਾਜ ਰੱਖਣੀ ਚਾਹੀਦੀ ਸੀ। ਸੋ ਉਹਨਾਂ ਨੇ ਉਸ ਚੀਜ਼ ਨੂੰ ਜਦੋਂ ਉਹਨੂੰ ਕਿਤੇ ਕੁਰਸੀ ਤੇ ਬੈਠੇ ਆ, ਬੈਠਣ ਤੋਂ ਬਾਅਦ ਸਭ ਸਹੁੰਆਂ ਪਾਸੇ ਸੁੱਟ ਕੇ ਅਗਲੇ ਆਪਣੇ ਉੱਤੇ ਲੱਗੇ ਆ ਜੀ। ਜੋ ਕੁਛ ਅਕਾਲੀ ਸਰਕਾਰ 'ਚ ਹੋ ਰਿਹਾ ਸੀ, ਸੇਮ ਐਜ਼ ਇਟ ਇਜ਼ ਕਾਂਗਰਸ ਸਰਕਾਰ 'ਚ ਹੋ ਰਿਹਾ ਵਾ। ਲੋਕਾਂ ਨੂੰ 1% ਵੀ ਯਕੀਨ ਨਹੀਂ ਹੋਇਆ ਵੀ ਸਰਕਾਰ ਬਦਲੀ ਆ, ਸਿਰਫ ਕੁਰਸੀਆਂ ਦੇ ਉੱਤੇ ਚਿਹਰੇ ਬਦਲੇ ਆ ਜੀ, ਬਾਕੀ ਸਭ ਕੁਝ ਐਜ਼ ਇਟ ਇਜ਼। ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨਾ ਬੜਾ ਔਖਾ ਆ। ਕਿਆ ਲੱਗਦਾ ਕਿ ਹਾਰ ਮੰਨ ਚੁੱਕੇ ਨਸ਼ੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ? ਨੀਅਤ ਹੋਣੀ ਚਾਹੀਦੀ ਨਸ਼ਾ ਮੁਕਾਉਣ ਵਾਸਤੇ ਜੀ। ਔਖਾ ਕੁਛ ਨਹੀਂ ਗਾ, ਕੰਮ ਨਹੀਂ ਕਰਨੇ 1000 ਬਹਾਨਾ ਵਾ, ਕੰਮ ਕਰਨਾ ਵਾ, ਯੈਸ ਆਈ ਡੂ ਇਟ, ਮੈਂ ਕਰਾਂਗਾ ਤੇ ਉਹ ਹੋਏਗਾ। ਉਹ ਤੇ ਹੁਣ ਫਰਦਰ ਤੁਹਾਡੇ ਤੋਂ ਬਹੁਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਹਸਪੀਟਲ ਜਾਇਆ ਜਾਏਗਾ? ਬਿਲਕੁਲ ਜੀ, ਅਸੀਂ ਹਸਪੀਟਲ ਜਾਵਾਂਗੇ, ਹਸਪੀਟਲ ਜਾ ਕੇ ਡਾਕਟਰ ਕੋਲੋਂ ਪੁੱਛਾਂਗੇ, ਡਾਕਟਰ ਸਾਹਿਬ ਤੁਸੀਂ ਨਸ਼ਾ ਛਡਾਊ ਕੇਂਦਰ ਦੀ ਆੜ ਦੇ ਵਿੱਚ ਨਸ਼ਾ ਵਿਕਾਊ ਕੇਂਦਰ ਖੋਲ੍ਹ ਕੇ ਬੈਠੇ ਹੋਏ ਜੇ, ਠੀਕ ਹੈ। 2 ਸਾਲ ਤੋਂ ਬੱਚਾ ਦਵਾਈ ਲੈ ਰਿਹਾ, ਤੁਸੀਂ ਇਹਦੀ ਤਾਂ ਦਵਾਈ ਕਦੀ ਨਾ ਘਟਾਈ ਕਿਉਂ ਨਹੀਂ, ਠੀਕ ਹੈ, ਇਹਦੀ ਅੱਜ ਤੱਕ ਬੰਦ ਕਿਉਂ ਨਹੀਂ ਹੋਈ, ਠੀਕ ਹੈ। ਬਾਕੀ ਉਹ ਨਾ ਉਹਦੇ ਚੈੱਕਅਪ ਕਰਦੇ ਆ, ਕਦੀ ਨਾ ਕਦੀ BP ਚੈੱਕ ਕੀਤਾ ਵਾ, ਨਾ ਉਹਨੂੰ ਕਦੀ ਪੁੱਛਿਆ ਉਹਨੂੰ ਪ੍ਰੋਬਲਮ ਕੀ ਆਉਂਦੀ ਆ, ਕੀ ਕਿੱਦਾਂ, ਅੱਛਾ ਜੀ ਕਿੰਨੀ ਦਵਾਈ ਲੈਣੀ ਹੈ ਜੀ, ਇਹਨੇ ਦੀ ਦਵਾਈ ਠੱਪਾ ਲਾਇਆ, ਚੱਲ ਜਾ ਉੱਥੋਂ ਦਵਾਈ ਲੈ ਲਾ, ਬਸ ਇੰਨਾ ਹੀ ਰੋਲ ਹੈਗਾ ਇਹਨਾਂ ਲੋਕਾਂ ਦਾ ਜੀ। ਸੋ ਕਿਹਾ ਜਾ ਸਕਦਾ ਹੈ ਕਿ ਨਸ਼ਾ ਛਡਾਊ ਕੇਂਦਰ ਇੱਕ ਤਰ੍ਹਾਂ ਨਾਲ ਨਵੀਂ ਸਿਰਦਰਦੀ ਬਣ ਸਕਦੇ ਨੇ। ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦਿੰਦੇ ਹੋਏ ਇਹਨਾਂ ਦਾ ਪ੍ਰਬੰਧ ਸਹੀ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ ਹੈ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ, ਸੁਰਖਾਬ TV।